ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਮਿੱਟੀ ਬਾਰੇ ਪੜ੍ਹਨਾ ਹੈ। ਦੈਟ ਮੀਨਸ ਸੋਇਲ ਬਾਰੇ ਪੜ੍ਹਨਾ ਹੈ। ਠੀਕ ਹੈ ਨਾ। ਸੋਇਲ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਸੋਇਲ ਇਹ ਸਭ ਤੋਂ ਜ਼ਿਆਦਾ ਆਪਾਂ ਕੀ ਉਸਦੀ ਵਰਤੋਂ ਕਿੱਥੇ ਕਰਦੇ ਹਾਂ। ਆਪਾਂ ਨੂੰ ਜਿਵੇਂ ਪਤਾ ਕਿ ਆਪਾਂ ਪੌਦੇ ਉਗਾਉਣ ਵਾਸਤੇ ਸਭ ਤੋਂ ਜ਼ਿਆਦਾ ਸੋਇਲ ਦੀ ਵਰਤੋਂ ਕਰਦੇ ਹਾਂ, ਮਿੱਟੀ ਦੀ ਵਰਤੋਂ ਕਰਦੇ ਹਾਂ, ਹੈ ਨਾ। ਹੁਣ ਪਰ ਇਹ ਮਿੱਟੀ ਹੁੰਦੀ ਕੀ ਹੈ, ਕਿੱਦਾਂ ਬਣਦੀ ਹੈ, ਕਿਹੜੀ ਕਿਹੜੀ ਚੀਜ਼ ਦੀ ਬਣੀ ਹੁੰਦੀ ਹੈ ਔਰ ਡਿਫਰੈਂਟ ਟਾਈਪ ਇਹਦੀਆਂ ਕਿੰਨੀਆਂ ਕੁ ਕਿਸਮਾਂ ਹੈ। ਇਸ ਮਿੱਟੀ ਦੀ ਵਰਤੋਂ ਆਪਾਂ ਪੌਦੇ ਉਗਾਉਣ ਤੋਂ ਇਲਾਵਾ ਹੋਰ ਕਿੱਥੇ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਇਸ ਚੈਪਟਰ ਵਿੱਚ ਪੜ੍ਹਨਾ ਹੈ। ਆਪਣਾ ਚੈਪਟਰ ਨੰਬਰ 9 ਮਿੱਟੀ ਸੋਇਲ। ਠੀਕ ਹੈ ਜੀ। ਹੁਣ ਸਭ ਤੋਂ ਪਹਿਲੇ ਆਪਣੇ ਕੋਲ ਕੀ ਹੈ, ਮਿੱਟੀ ਕੀ ਹੁੰਦੀ ਹੈ। ਧਰਤੀ ਦੀ ਜਿਹੜੀ ਸਭ ਤੋਂ ਉੱਪਰ ਵਾਲੀ ਪਰਤ ਹੁੰਦੀ ਹੈ ਜਿਸ ਵਿੱਚ ਆਪਾਂ ਪੌਦੇ ਉਗਾਉਂਦੇ ਹਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ, ਮਿੱਟੀ ਕਹਿੰਦੇ ਹਾਂ। ਠੀਕ ਹੈ ਨਾ। ਜਿਸ ਉੱਤੇ ਫਸਲਾਂ ਜਾਂ ਪੌਦੇ ਉਗਦੇ ਹਨ ਉਸਨੂੰ ਆਪਾਂ ਮਿੱਟੀ ਕਹਿੰਦੇ ਹਾਂ। ਇਹ ਜਿਹੜੀ ਮਿੱਟੀ ਆ ਬਣਦੀ ਕਿਸ ਤਰ੍ਹਾਂ ਹੈ, ਕਿਸ ਚੀਜ਼ ਤੋਂ ਬਣੀ ਹੁੰਦੀ ਹੈ। ਮੋਸਟਲੀ ਆਪਣੇ ਕੋਲ ਕੀ ਹੁੰਦਾ ਹੈ, ਮਿੱਟੀ ਵਿੱਚ ਟੁੱਟੀਆਂ ਹੋਈਆਂ ਚੱਟਾਨਾਂ ਹੁੰਦੀਆਂ, ਜਿਵੇਂ ਪੱਥਰ ਦੀ ਫੋਰਮ ਵਿੱਚ ਹੁੰਦੀਆਂ ਜਿਹੜੀਆਂ, ਕਾਰਬਨਿਕ ਪਦਾਰਥ ਹੁੰਦੇ ਹਨ, ਪੌਦੇ ਅਤੇ ਜੰਤੂ ਹੁੰਦੇ ਹਨ ਅਤੇ ਸੂਖਮ ਜੀਵ ਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿੱਟੀ ਵਿੱਚ ਹੁੰਦੀਆਂ ਹਨ। ਠੀਕ ਹੈ। ਅੱਗੇ ਆਪਣੇ ਕੋਲ ਮਿੱਟੀ ਦੇ ਖਾਕੇ ਬਾਰੇ ਆਪਾਂ ਪੜ੍ਹਨਾ ਹੈ ਕਿ ਮਿੱਟੀ ਦੀ ਰਚਨਾ ਕੀ ਹੈ, ਮਿੱਟੀ ਦੀਆਂ ਕਿੰਨੀਆਂ ਪਰਤਾਂ ਹੁੰਦੀਆਂ ਹਨ ਅਤੇ ਕਿਹੜੀ ਪਰਤ ਕਿਸ ਤਰ੍ਹਾਂ ਦੀ ਬਣੀ ਹੁੰਦੀ ਹੈ। ਤੁਸੀਂ ਸਾਰੇ ਜਣੇ ਚਿੱਤਰ 9.1 ਦੇਖ ਰਹੇ ਹੋ। ਠੀਕ ਹੈ ਨਾ। ਇਸ ਵਿੱਚ ਮਿੱਟੀ ਦੀਆਂ 5 ਪਰਤਾਂ ਦਿਖਾਈਆਂ ਗਈਆਂ। ਜਿਹੜੀ ਸਭ ਤੋਂ ਥੱਲੇ ਵਾਲੀ ਪਰਤ ਹੁੰਦੀ ਹੈ ਉਹ ਆਪਣੇ ਕੋਲ ਪੱਥਰ ਹੁੰਦੇ ਆ ਉਸ ਵਿੱਚ। ਠੀਕ ਹੈ ਨਾ। ਪਥਰੀਲਾ ਠੋਸ ਤਲ ਹੁੰਦਾ ਏ, ਪੱਥਰ ਹੁੰਦੇ ਆ ਉਹਦੇ ਵਿੱਚ। ਉਸ ਤੋਂ ਉੱਪਰ ਵਾਲੀ ਪਰਤ ਹੁੰਦੀ ਹੈ ਚੱਟਾਨੀ ਟੁਕੜੇ, ਜਿਵੇਂ ਆਪਣੇ ਕੋਲ ਪਹਾੜੀ ਇਲਾਕੇ ਵਿੱਚੋਂ ਪੱਥਰ ਟੁੱਟ ਕੇ ਆਉਂਦੇ ਆ। ਠੀਕ ਹੈ ਨਾ। ਉਹ ਸਾਰੀ ਪਰਤ ਇਸ ਦੀ ਬਣ ਜਾਂਦੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਹੇਠਲੀ ਮਿੱਟੀ, ਫਿਰ ਉੱਪਰਲੀ ਮਿੱਟੀ। ਸਭ ਤੋਂ ਉੱਪਰ ਆਪਣੇ ਕੋਲ ਕੀ ਹੁੰਦਾ, ਮੱਲੜ ਹੁੰਦਾ। ਜਿਹੜਾ ਮਿੱਟੀ ਦਾ ਸਭ ਤੋਂ ਉੱਪਰ ਵਾਲਾ ਭਾਗ ਹੁੰਦਾ ਨਾ, ਜਿਹਨੂੰ ਆਪਾਂ ਮੱਲੜ ਕਹਿੰਦੇ ਹਾਂ, ਉਹ ਭਾਗ ਵਿੱਚ ਆਪਣੇ ਕੋਲ ਸਭ ਤੋਂ ਜ਼ਿਆਦਾ ਆਪਾਂ ਕਹਾਂਗੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਆ ਜੋ ਫਸਲਾਂ ਦੀ ਗਰੋਥ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ, ਜਿਹੜੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ। ਮੱਲੜ ਵਿੱਚ ਹੀ ਆਪਣੇ ਕੋਲ ਜੀਵ ਜੰਤੂ, ਮਰੇ ਹੋਏ ਪੌਦੇ, ਗਲੇ ਸੜੇ ਪੌਦੇ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਠੀਕ ਹੈ। ਪਾਣੀ ਦੀ ਮਾਤਰਾ ਵੀ ਹੁੰਦੀ ਹੈ ਥੋੜ੍ਹੀ ਜਿਹੀ। ਉਸ ਤੋਂ ਬਾਅਦ ਆਪਾਂ ਪੜ੍ਹਨਾ ਕਿ ਮਿੱਟੀ ਦੀ ਰਚਨਾ। ਮਿੱਟੀ ਆਪਣੇ ਕੋਲ ਕਾਰਬਨਿਕ ਅਤੇ ਅਕਾਰਬਨਿਕ ਦੋਨੋਂ ਪਦਾਰਥਾਂ ਦੀ ਬਣੀ ਹੁੰਦੀ ਹੈ। ਤੁਹਾਨੂੰ ਹੁਣ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਕਿ ਕਾਰਬਨਿਕ ਪਦਾਰਥ ਕਿਹੜੇ ਹੁੰਦੇ ਹਨ। ਕਾਰਬਨਿਕ ਪਦਾਰਥ ਉਹ ਪਦਾਰਥ ਹੁੰਦੇ ਹਨ ਜਿਨ੍ਹਾਂ ਵਿੱਚ ਕਾਰਬਨ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਅਕਾਰਬਨਿਕ ਪਦਾਰਥ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਕਾਰਬਨ ਨਹੀਂ ਹੁੰਦਾ। ਠੀਕ ਆ। ਪੌਦਿਆਂ ਦੇ ਹੁਣ ਆਪਣੇ ਕੋਲ ਅੱਗੇ ਕੀ ਆ ਜਾਂਦਾ ਹੈ ਕਿ ਜਿੰਨੇ ਵੀ ਆਪਣੇ ਕੋਲ ਪੌਦਿਆਂ ਦੇ ਮ੍ਰਿਤ ਜਾਂ ਗਲੇ ਸੜੇ ਪੱਤੇ ਹੁੰਦੇ ਆ, ਜਾਂ ਜੀਵ ਜੰਤੂ ਜਿਹੜੇ ਮਰੇ ਹੁੰਦੇ ਆ, ਜਿਵੇਂ ਕੀੜੇ ਮਕੌੜੇ ਹੁੰਦੇ ਆ ਜਿਹੜੇ ਮਿੱਟੀ 'ਚ ਮਰ ਜਾਂਦੇ ਆ। ਠੀਕ ਹੈ ਨਾ। ਉਹ ਸਾਰੇ ਦੇ ਸਾਰੇ ਮਿਲ ਕੇ ਕਾਰਬਨਿਕ ਪਦਾਰਥ ਦੀ ਫੋਰਮੇਸ਼ਨ ਕਰਦੇ ਆ। ਠੀਕ ਹੈ ਨਾ। ਅਕਾਰਬਨਿਕ ਪਦਾਰਥ ਆਪਣੇ ਕੋਲ ਕੀ ਹੁੰਦਾ ਹੈ, ਜਿਹਦੇ ਵਿੱਚ ਆਪਾਂ ਕੀ ਕਹਿੰਦੇ ਹਾਂ, ਖਣਿਜ ਹੋ ਜਾਂਦੇ ਆ, ਚੀਕਣੀ ਮਿੱਟੀ, ਰੇਤ, ਕੰਕਰ, ਇਹ ਸਾਰੇ ਅਕਾਰਬਨਿਕ ਪਦਾਰਥ ਦੀ ਬਣਤਰ ਕਰਦੇ ਆ। ਠੀਕ ਹੈ ਨਾ। ਜਿਹੜੇ ਆਪਣੇ ਕੋਲ ਕਾਰਬਨਿਕ ਪਦਾਰਥ ਹੁੰਦੇ ਆ ਉਹ ਮਿੱਟੀ ਦੀ ਸਭ ਤੋਂ ਉੱਪਰ ਵਾਲੀ ਪਰਤ ਵਿੱਚ ਹੁੰਦੇ ਆ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ। ਅਤੇ ਉਸ ਪਰਤ ਨੂੰ ਆਪਾਂ ਕੀ ਕਹਿੰਦੇ ਹਾਂ, ਮੱਲੜ। ਇੰਗਲਿਸ਼ ਵਿੱਚ ਆਪਾਂ ਉਹਨੂੰ ਕਹਿੰਦੇ ਹਾਂ ਹਿਊਮਸ। ਕਲੀਅਰ ਹੈ ਜੀ ਸਾਰਿਆਂ ਨੂੰ। ਆਪਣੇ ਕੋਲ ਹੁਣ ਕੀ ਆ, ਜਦੋਂ ਕਾਰਬਨਿਕ ਅਤੇ ਅਕਾਰਬਨਿਕ ਦੋਨੋਂ ਪਦਾਰਥਾਂ ਦੀ ਜਿਹੜੀ ਮਿਲ ਕੇ ਮਿੱਟੀ ਬਣਦੀ ਆ, ਉਹ ਆਪਣੇ ਕੋਲ ਫਸਲਾਂ ਲਈ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਉਸ ਵਿੱਚ ਫਸਲਾਂ ਦੀ ਜਿਹੜੀ ਆਪਣੇ ਕੋਲ ਗਰੋਥ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ ਨਾ। ਨੈਕਸਟ ਆਪਣੇ ਕੋਲ ਆ ਜਾਂਦਾ ਮਿੱਟੀ ਦੀਆਂ ਕਿਸਮਾਂ। ਮਿੱਟੀ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਅਤੇ ਉਹ ਕਿਸ ਚੀਜ਼ 'ਤੇ ਆਪਾਂ ਉਹਨੂੰ ਡਿਵਾਈਡ ਕਰਦੇ ਹਾਂ, ਵੀ ਕਿਹੜੀ ਮਿੱਟੀ ਕਿਸ ਹਿਸਾਬ ਦੀ ਹੋਏਗੀ। ਆਪਾਂ ਹੁਣ ਇਹ ਪੜ੍ਹਨਾ। ਸਭ ਤੋਂ ਪਹਿਲੇ ਆਪਣੇ ਕੋਲ ਆ ਜਾਂਦੀ ਹੈ ਚੀਕਣੀ ਮਿੱਟੀ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਲੇਈ ਮਿੱਟੀ ਕਹਿੰਦੇ ਹਾਂ। ਚੀਕਣੀ ਮਿੱਟੀ ਅਜਿਹੀ ਮਿੱਟੀ ਹੁੰਦੀ ਹੈ ਜਿਸ ਦੇ ਕਣ ਬਹੁਤ ਜ਼ਿਆਦਾ ਬਰੀਕ ਹੁੰਦੇ ਹਨ। ਠੀਕ ਹੈ ਨਾ। ਜਿਵੇਂ ਆਪਣੇ ਕੋਲ ਧੂੜ ਹੁੰਦੀ ਹੈ, ਡਸਟ ਪਾਰਟੀਕਲਸ ਜਿਹੜੇ ਹੁੰਦੇ ਆ, ਜਿਹੜੇ ਆਪਾਂ ਦੇਖ ਹੀ ਨਹੀਂ ਸਕਦੇ। ਠੀਕ ਹੈ ਨਾ। ਉਹ ਆਪਣੇ ਕੋਲ ਚੀਕਣੀ ਮਿੱਟੀ ਆਉਂਦੀ ਹੈ। ਠੀਕ ਹੈ। ਇਹਨੂੰ ਜੇ ਆਪਾਂ ਮਲਮਲ ਦੇ ਕੱਪੜੇ 'ਚੋਂ ਲੰਘਾਉਣ ਦੀ ਕੋਸ਼ਿਸ਼ ਕਰਾਂਗੇ ਨਾ, ਅਤੇ ਮਿੱਟੀ ਦੇ ਕਣ ਜਿੰਨੇ ਵੀ ਹੈ ਨਾ ਮਲਮਲ ਦੇ ਕੱਪੜੇ ਵਿੱਚੋਂ ਲੰਘ ਜਾਣਗੇ, ਕਿਉਂਕਿ ਇੰਨੇ ਬਰੀਕ ਹੁੰਦੇ ਆ ਕਿ ਆਸਾਨੀ ਨਾਲ ਇਹਨਾਂ ਨੂੰ ਛਾਨਿਆ ਜਾ ਸਕਦਾ ਹੈ। ਇਹ ਆਰਾਮ ਨਾਲ ਲੰਘ ਜਾਂਦੇ ਆ। ਠੀਕ ਹੈ ਨਾ। ਜਿਹੜੀ ਚੀਕਣੀ ਮਿੱਟੀ ਹੁੰਦੀ ਹੈ ਨਾ, ਆਪਾਂ ਛੋਟੇ ਹੁੰਦੇ ਯੂਜ਼ ਵੀ ਕਰਦੇ ਸੀਗੇ ਕਿ ਉਹਦੇ ਆਪਾਂ ਭਾਂਡੇ ਬਣਾਉਣ 'ਚ, ਜਿਵੇਂ ਆਪਣੇ ਕੋਲ ਘੜੇ ਬਣੇ ਹੁੰਦੇ ਆ, ਜਾਂ ਮਿੱਟੀ ਦੇ ਆਪਣੇ ਕੋਲ ਤੰਦੂਰ ਆਉਂਦੇ ਆ, ਜਾਂ ਮਿੱਟੀ ਦੇ ਤਵੇ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਕਾਹਦੀਆਂ ਬਣੀਆਂ, ਉਹ ਚੀਕਣੀ ਮਿੱਟੀ ਦੀਆਂ ਹੀ ਬਣੀਆਂ ਹੁੰਦੀਆਂ ਹਨ। ਠੀਕ ਹੈ ਨਾ।
ਇਹ ਮਿੱਟੀ ਜਿਹੜੀ ਆ ਸਭ ਤੋਂ ਪਹਿਲੇ ਆਪਣੇ ਕੋਲ ਇਹਦੇ ਵਿੱਚ ਜਦੋਂ ਆਪਾਂ ਉਹ ਪਾਉਂਦੇ ਆ ਪਾਣੀ ਪਾਉਂਦੇ ਆ ਤਾਂ ਇਹ ਚਿੱਕੜ ਵਿੱਚ ਬਦਲ ਜਾਂਦੀ ਹੈ। ਫਿਰ ਇਹਨੂੰ ਕੋਈ ਵੀ ਰੂਪ ਦੇ ਕੇ ਆਪਾਂ ਇਹਨੂੰ ਸੁੱਕਣ ਵਾਸਤੇ ਰੱਖ ਜਾਂਦੇ ਹਾਂ, ਅਤੇ ਸੁੱਕ ਕੇ ਕੀ ਹੋ ਜਾਂਦੀ ਹੈ, ਸਖਤ ਹੋ ਜਾਂਦੀ ਹੈ। ਫਿਰ ਆਪਾਂ ਉਸ ਚੀਜ਼ ਦੀ ਵਰਤੋਂ ਕਰ ਸਕਦੇ ਹਾਂ, ਠੀਕ ਹੈ ਨਾ। ਦੂਜੀ ਟਾਈਪ ਦੀ ਮਿੱਟੀ ਆਪਣੇ ਕੋਲ ਆ ਜਾਂਦੀ ਹੈ ਰੇਤ। ਰੇਤ ਦੇ ਜਿਹੜੇ ਕਣ ਹੁੰਦੇ ਆ ਉਹ ਚੀਕਣੀ ਮਿੱਟੀ ਦੇ ਕਣ ਤੋਂ ਵੱਡੇ ਹੁੰਦੇ ਆ, ਠੀਕ ਹੈ ਨਾ। ਜੇ ਆਪਾਂ ਮਲਮਲ ਦੇ ਕੱਪੜੇ 'ਚ ਇਹਨੂੰ ਰੱਖੀਏ ਤਾਂ ਇਹ ਮਲਮਲ ਦੇ ਕੱਪੜੇ ਵਿੱਚੋਂ ਨਹੀਂ ਨਿਕਲ ਸਕਣਗੇ, ਠੀਕ ਹੈ ਨਾ। ਇਹ ਆਮ ਤੌਰ 'ਤੇ ਜਿਹੜੀ ਮਿੱਟੀ ਹੁੰਦੀ ਹੈ, ਰੇਤਲੀ ਮਿੱਟੀ ਹੁੰਦੀ ਆ, ਉਹ ਰੇਗਿਸਤਾਨ ਵਿੱਚ ਪਾਈ ਜਾਂਦੀ ਆ, ਠੀਕ ਹੈ ਨਾ। ਅਤੇ ਇਹਦੇ ਵਿੱਚ ਪਾਣੀ ਰੋਕਣ ਦੀ ਸਮਰੱਥਾ ਬਿਲਕੁਲ ਵੀ ਨਹੀਂ ਹੁੰਦੀ, ਪਾਣੀ ਨੂੰ ਬਿਲਕੁਲ ਰੋਕ ਨਹੀਂ ਰੱਖ ਸਕਦੀ। ਅਗਰ ਰੇਤਲੀ ਮਿੱਟੀ 'ਚ ਆਪਾਂ ਪਾਣੀ ਪਾਵਾਂਗੇ ਤਾਂ ਪਾਣੀ ਨੀਚੇ ਰਿਸਦਾ ਜਾਊਗਾ, ਠੀਕ ਹੈ ਨਾ। ਤੀਸਰੀ ਟਾਈਪ ਦੀ ਮਿੱਟੀ ਆਪਣੇ ਕੋਲ ਆ ਜਾਂਦੀ ਹੈ ਪਥਰੀਲੀ ਮਿੱਟੀ। ਪਥਰੀਲੀ ਮਿੱਟੀ ਅਜਿਹੀ ਮਿੱਟੀ ਹੁੰਦੀ ਹੈ ਜਿਸ ਦੇ ਕਣ ਬਹੁਤ ਵੱਡੇ ਹੁੰਦੇ ਹਨ, ਠੀਕ ਹੈ ਨਾ, ਅਤੇ ਉਹਨਾਂ ਨੂੰ ਆਪਾਂ ਹੱਥਾਂ ਨਾਲ ਚੁਣ ਸਕਦੇ ਹਾਂ। ਦੇਖੋ ਤੁਹਾਡੇ ਕੋਲ ਜਿਵੇਂ ਆਹ ਡਾਇਗਰਾਮ ਵਿੱਚ ਦਿਖਾਇਆ ਵੀ ਜਾ ਰਿਹਾ ਹੈ, ਇਹ ਕਦੀ ਵੀ ਛਾਨਣੀ 'ਚ ਨਹੀਂ ਲੰਘਦੇ, ਬਰੀਕ ਬਰੀਕ ਪੱਥਰੀ ਜਿਹੀ ਹੁੰਦੀ ਹੈ, ਇਹਨੂੰ ਆਪਾਂ ਪਥਰੀਲੀ ਮਿੱਟੀ ਕਹਿੰਦੇ ਹਾਂ। ਲਾਸਟ ਵਿੱਚ ਆਪਣੇ ਕੋਲ ਆ ਜਾਂਦਾ ਹੈ ਦੋਮਟ ਮਿੱਟੀ। ਦੋਮਟ ਮਿੱਟੀ ਜਿਹੜੀ ਹੁੰਦੀ ਆ ਉਸਦਾ ਆਕਾਰ ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਦੇ ਵਿਚਕਾਰ ਹੁੰਦਾ ਹੈ, ਅਤੇ ਇਹੀ ਜਿਹੜੀ ਮਿੱਟੀ ਹੁੰਦੀ ਹੈ ਫਸਲਾਂ ਲਈ ਸਭ ਤੋਂ ਜ਼ਿਆਦਾ ਲਾਹੇਵੰਦ ਮਿੱਟੀ ਹੁੰਦੀ ਹੈ, ਠੀਕ ਹੈ ਨਾ। ਸਭ ਤੋਂ ਜ਼ਿਆਦਾ ਜਿਹੜੀ ਉਪਯੋਗੀ ਮਿੱਟੀ ਹੁੰਦੀ ਆ ਉਹ ਆਪਣੇ ਕੋਲ ਦੋਮਟ ਮਿੱਟੀ ਹੀ ਹੁੰਦੀ ਹੈ, ਠੀਕ ਹੈ ਜੀ। ਇਸ ਹਿਸਾਬ ਨਾਲ ਆਪਾਂ 4 ਟਾਈਪ ਦੀਆਂ ਕਿਸਮਾਂ ਪੜ੍ਹੀਆਂ ਮਿੱਟੀ ਦੀਆਂ। ਟਾਈਪਸ ਆਫ ਸੋਇਲਸ ਆਰ 4 ਟਾਈਪਸ: ਕਲੇਈ ਮਿੱਟੀ, ਸੈਂਡ, ਗ੍ਰੈਵਲ ਐਂਡ ਲੋਮੀ ਸੋਇਲ, ਠੀਕ ਹੈ ਨਾ। ਸੋ ਇਹ ਸਾਰੀਆਂ ਟਾਈਪਸ ਆਪਣੇ ਕੋਲ 4 ਟਾਈਪ ਦੀਆਂ ਹੁੰਦੀਆਂ। ਬਾਕੀ ਟੋਪਿਕ ਆਪਾਂ ਨੈਕਸਟ ਟਾਈਮ ਕਰਾਂਗੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।